ਹੁਣ ਪਲਾਜ਼ਮਾ ਥੈਰੇਪੀ ਦਾ ਜ਼ਿਕਰ ਹੋ ਰਿਹਾ ਹੈ ਕਿ ਇਸ ਦੇ ਨਾਲ ਇਸ ਦਾ ਇਲਾਜ ਹੋ ਸਕਦਾ ਹੈ। ਇਹ ਅੱਜ ਦੀ ਨਹੀਂ ਕਾਫੀ ਪੁਰਾਣਾ ਚੱਲਿਆ ਆ ਰਿਹਾ ਹੈ। ਤੁਹਾਡਾ ਸਰੀਰ ਭਾਵੇਂ ਨਾ ਵੀ ਕੰਮ ਕਰਦਾ ਹੋਵੇ ਤਾਂ ਬਾਹਰੋਂ ਅਸੀਂ ਜੋ ਦਿੱਤੀ ਚੀਜ਼ ਹੈ ਉਹ ਕੀਟਾਣੂ ਖਤਮ ਕਰ ਦੇਗਾ। ਰੀਸੈਂਟਲੀ ਇਹਦੇ ਲੱਛਣ ਬੜੇ ਅਜੀਬ ਆਣੇ ਸ਼ੁਰੂ ਹੋਏ ਨੇ ਕੁਝ ਕੇਸਿਸ ਵਿੱਚ। ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਿੱਥੇ ਇਲਾਜ ਦੀ ਚਰਚਾ ਹੋ ਰਹੀ ਹੈ ਤਾਂ ਦੂਜੇ ਪਾਸੇ ਹੁਣ ਪਲਾਜ਼ਮਾ ਥੈਰੇਪੀ ਦਾ ਜ਼ਿਕਰ ਹੋ ਰਿਹਾ ਹੈ ਕਿ ਇਸ ਦੇ ਨਾਲ ਇਸ ਦਾ ਇਲਾਜ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ, ਜਿਨ੍ਹਾਂ ਤੋਂ ਅਸੀਂ ਤਫਤੀਸ਼ ਦੇ ਵਿੱਚ ਜਾਣਾਂਗੇ ਕਿ ਆਖਿਰਕਾਰ ਪਲਾਜ਼ਮਾ ਥੈਰੇਪੀ ਹੈ ਕੀ ਹੈ ਤੇ ਕਿਸ ਤਰ੍ਹਾਂ ਕੰਮ ਕਰਦੀ ਹੈ। ਤੇ ਇਸ ਉੱਤੇ ਗੱਲਬਾਤ ਕਰਨ ਲਈ ਡਾਕਟਰ ਹਰਸ਼ਿੰਦਰ ਕੌਰ, ਤੁਹਾਡਾ ਸਵਾਗਤ ਹੈ ਮੈਡਮ D5 ਚੈਨਲ ਪੰਜਾਬੀ ਤੇ। ਜੀ ਸਤਿ ਸ਼੍ਰੀ ਅਕਾਲ। ਸੁਖਿੰਦਰ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਉਹਨਾਂ ਨੂੰ ਨਿੱਕੀ ਫਤਿਹ। ਥੋੜਾ ਜਿਹਾ ਪਲਾਜ਼ਮਾ ਥੈਰੇਪੀ ਤੋਂ ਪਹਿਲਾਂ, ਕਿਉਂਕਿ ਆਮ ਪਬਲਿਕ ਲਈ ਇਹ ਨਵਾਂ ਨਾਮ ਹੈ, ਤਾਂ ਥੋੜਾ ਜਿਹਾ ਸਮਝਾ ਦਈਏ ਕਿ ਅੱਜ ਦੀ ਨਹੀਂ ਕਾਫੀ ਪੁਰਾਣਾ ਚੱਲਿਆ ਆ ਰਿਹਾ ਹੈ। ਦਰਅਸਲ ਹੁੰਦਾ ਕੀ ਜੇ ਜਦੋਂ ਵੀ ਅਸੀਂ ਕੋਈ ਕੀਟਾਣੂ ਸਾਡੇ ਸਰੀਰ ਅੰਦਰ ਵੜਦਾ ਜੇ ਤਾਂ ਸਾਡਾ ਨਾਰਮਲ ਇਮਿਊਨ ਸਿਸਟਮ ਉਸ ਖਿਲਾਫ ਐਂਟੀਬਾਡੀਜ਼ ਬਣਾਉਣ ਲੱਗ ਜਾਂਦਾ ਹੈ। ਤਾਂ ਇਹੀ ਐਂਟੀਬਾਡੀਜ਼ ਨੂੰ ਹੀ ਜਦੋਂ ਅਸੀਂ ਘੱਟ ਮਾਤਰਾ ਵਿੱਚ ਯਾਨੀ ਬਚਾਉਣ ਲਈ ਕਿਸੇ ਨੂੰ, ਕਿਉਂਕਿ ਅਸਲ ਬਚਾਅ ਤਾਂ ਇਹਨਾਂ ਐਂਟੀਬਾਡੀਜ਼ ਨਹੀਂ ਕਰਨਾ ਉਹਨੂੰ ਖਤਮ ਕਰਨ ਲਈ, ਤਾਂ ਫਿਰ ਅਸੀਂ ਕੀ ਕਰਦੇ ਹਾਂ ਕਿ ਜਿਵੇਂ ਫੋਰ ਐਗਜ਼ਾਮਪਲ ਰੇਬੀਜ਼ ਹੈ ਜਾਂ ਸੱਪ ਨੇ ਕੱਟ ਲਿਆ ਤਾਂ ਉਹਦੇ ਲਈ ਅਸੀਂ ਐਂਟੀ ਸਨੇਕ ਵੈਨਮ ਬਣਦਾ ਹੈ ਜਾਂ ਐਂਟੀ ਰੇਬੀਜ਼ ਜਿਹੜੇ ਲੱਗਦੇ ਨੇ ਉਹਦੇ ਚ ਕੀ ਉਹੀ ਜ਼ਹਿਰ ਅਸੀਂ ਘੋੜੇ ਦੇ ਵਿੱਚ ਪਾ ਦਈਦਾ। ਇਕਵਾਈਨ ਬੇਸਡ ਅਸੀਂ ਉਹਨੂੰ ਗਿਣਦੇ ਹਾਂ ਵੀ ਘੋੜੇ ਅੰਦਰ ਪਾ ਕੇ ਉੱਥੋਂ ਫਿਰ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਹਾਈਪਰ ਇਮਿਊਨ ਗਲੋਬੂਲਿਨ ਉਹਨੂੰ ਕਹੀਦਾ, IgG, ਜਿਹੜੀਆਂ ਸਾਨੂੰ ਇੱਕ ਤਰੀਕੇ ਦੋ ਤਰ੍ਹਾਂ ਦੀ ਹੈ, ਐਕਟਿਵ ਤੇ ਪੈਸਿਵ। ਐਕਟਿਵ ਮਤਲਬ ਤੁਹਾਡਾ ਸਰੀਰ ਅਸਰ ਕਰ ਰਿਹਾ, ਪੈਸਿਵ ਅਸੀਂ ਬਾਹਰੋਂ ਪਾ ਕੇ ਤੁਹਾਨੂੰ ਦੇ ਦਿੰਦੇ ਹਾਂ ਕਿ ਉਸੇ ਬਿਮਾਰੀ ਦੇ ਜਦੋਂ ਤੁਹਾਡੇ ਅੰਦਰ ਸਰੀਰ 'ਚ ਵੜਨਗੇ ਤਾਂ ਤੁਸੀਂ ਤੁਹਾਡਾ ਸਰੀਰ ਭਾਵੇਂ ਨਾ ਵੀ ਕੰਮ ਕਰਦਾ ਹੋਵੇ ਤਾਂ ਬਾਹਰੋਂ ਅਸੀਂ ਜੋ ਦਿੱਤੀ ਚੀਜ਼ ਹੈ ਉਹ ਕੀਟਾਣੂ ਖਤਮ ਕਰ ਦੇਗਾ। ਇਹ ਸਦੀਆਂ ਤੋਂ ਚੀਜ਼ ਚੱਲੀ ਆਉਂਦੀ ਸੀ। ਉਸੇ ਆਧਾਰ ਉੱਤੇ ਹੀ ਅਸੀਂ ਜਿਵੇਂ ਟੀਕੇ ਬਣੇ ਨੇ ਫਲੂ ਦੇ, ਕਿਉਂਕਿ ਇਹ ਵੀ ਇੱਕ ਕਿਸਮ ਹੀ ਹੈ ਜਿਹੜੀ ਖੰਘ ਜਾਂ ਜ਼ੁਕਾਮ ਫਲੂ ਦੀ, ਉਹ ਹੁਣ ਕਰਦੀ ਕੀ ਜੇ ਐਂਟੀਜੈਨਿਕ ਸ਼ਿਫਟ ਇਹ ਕਰ ਜਾਂਦੀ ਜੇ, ਹਰ ਸਾਲ ਆਪਣਾ ਇਹ ਰੂਪ ਬਦਲਦੀ ਜੇ। ਐਂਟੀਜਨ ਇਹਦਾ ਜਿਸ ਤਰੀਕੇ ਦਾ ਹੁੰਦਾ ਉਹਨੂੰ ਤਬਦੀਲ ਕਰ ਲੈਂਦੀ ਹੈ। ਸੋ ਉਹਦੇ ਆਧਾਰ ਉੱਤੇ ਟੀਕਾ ਫਿਰ ਨਵਾਂ ਬਣ ਜਾਂਦਾ। ਨਵਾਂ ਟੀਕਾ ਹਰ ਸਾਲ ਫਿਰ ਸਾਨੂੰ ਲਾਉਣਾ ਪੈਂਦਾ ਕਿ ਇਸ ਸਾਲ ਇਹ ਵਾਇਰਸ ਨਵੇਂ ਤਰੀਕੇ ਨਾਲ ਸਾਹਮਣੇ ਆ ਰਹੀ ਹੈ। ਸੋ ਉਸ ਤੋਂ ਬਚਾਉਣ ਲਈ ਹਰ ਸਾਲ ਨਵਾਂ ਟੀਕਾ ਨਵਾਂ ਤਰ੍ਹਾਂ ਦਾ, ਜੇ ਪਿਛਲੇ ਸਾਲ ਲੱਗਿਆ ਵੀ ਹੈ ਤਾਂ ਨਵੇਂ ਅਗਲੇ ਸਾਲ ਫਿਰ ਨਵਾਂ ਲਵਾਉਣਾ ਪੈਂਦਾ ਉਸ ਤੋਂ ਬਚਣ ਲਈ। ਹੁਣ ਇਹ ਚੀਜ਼ ਕੀ ਬਣੀ ਜੇ ਕਰੋਨਾ, ਕਿਉਂਕਿ ਨਵੀਂ ਕੇਸ ਹੈ, ਇਹਦੇ ਬਾਰੇ ਅਜੇ ਇੰਨੀ ਵਾਰ ਇਹ ਚੀਜ਼ਾਂ ਤਬਦੀਲ ਕਰੀ ਜਾ ਰਹੀ ਹੈ ਕਿ ਸਾਡੇ ਤੋਂ ਇਹਦਾ ਅਜੇ ਤੱਕ ਮੂੰਹ ਸਿਰਫ ਜਦੋਂ ਤੱਕ ਫੜਨ ਦੇ ਨੇੜੇ ਤੇੜੇ ਜਾਂਦੇ ਆ ਇਹ ਦੁਬਾਰਾ ਫਿਰ ਵੱਖਰੀ ਕਿਸਮ ਦੇ ਵਿੱਚ ਸਾਹਮਣੇ ਆ ਜਾਂਦੀ ਜੇ। ਹੁਣ ਰੀਸੈਂਟਲੀ ਇਹਦੇ ਲੱਛਣ ਬੜੇ ਅਜੀਬ ਆਣੇ ਸ਼ੁਰੂ ਹੋਏ ਨੇ ਕੁਝ ਕੇਸਿਸ ਵਿੱਚ, ਜਿੱਥੇ ਇਹ ਚਮੜੀ ਤੇ ਜਿਵੇਂ ਚਿਕਨ ਪੌਕਸ ਵਰਗੇ ਦਾਣੇ ਕਰਨ ਲੱਗ ਗਈ ਹੈ ਜਾਂ ਵਰਗੇ ਜਿਵੇਂ ਹੁੰਦੇ ਆ ਖਸਰੇ ਵਰਗੇ ਦਾਣੇ, ਉਸ ਤਰ੍ਹਾਂ ਦੇ ਦਾਣੇ ਵੀ ਹੋ ਜਾਂਦੇ ਨੇ। ਅਲਰਜੀ ਕਈ ਤਰ੍ਹਾਂ ਦੀ, ਲਾਲ ਅੱਖਾਂ ਹੋਣੀਆਂ, ਸਮੈਲ ਚਲੀ ਜਾਣੀ, ਟੇਸਟ ਚਲੇ ਜਾਣਾ, ਯਾਨੀ ਇਹ ਵੱਖਰੀ ਕਿਸਮ ਦੀ ਪ੍ਰੈਜੈਂਟੇਸ਼ਨ ਇਸ ਵੇਲੇ ਆਉਣ ਲੱਗ ਪਈ ਹੈ। ਤੇ ਜਿਸ ਕਾਰਨ ਵੈਂਟੀਲੇਟਰ ਤੇ ਵੀ ਮੈਂ ਤੁਹਾਨੂੰ ਸਮਝਾਉਂਦੀ ਹਾਂ ਪਲਾਜ਼ਮਾ ਕਿਵੇਂ ਅਸਰ ਕਰੇਗਾ। ਉਸ ਤੋਂ ਪਹਿਲਾਂ ਵੀ ਕਿਉਂ ਇਹ ਪਲਾਜ਼ਮਾ ਥੈਰੇਪੀ ਸ਼ੁਰੂ ਕੀਤੀ ਹੈ ਤਾਂ ਦੱਸ ਰਹੀ ਹਾਂ ਕਿ ਇਹ ਕਰਦੀ ਕੀ ਹੈ। ਨਾਰਮਲ ਜਿਵੇਂ RNA ਇਕੱਲਾ ਨਹੀਂ ਜੀ ਸਕਦਾ, ਜਿਸ ਤਰ੍ਹਾਂ ਦੀ ਇਹ ਵਾਇਰਸ ਹੈ, ਇਹਨੂੰ DNA ਚਾਹੀਦਾ ਹੁੰਦਾ ਜਿਹਦੇ ਉੱਤੇ ਇਹ ਜੁੜ ਕੇ ਤੇ ਜਿਸ ਸਰੀਰ 'ਚ ਵੜਦੀ ਹੈ, ਭਾਵੇਂ ਉਹ ਕੁੱਤੇ 'ਚ ਵੜੇ, ਭਾਵੇਂ ਚਮਗਾਦੜ 'ਚ ਵੜੇ, ਊਠ 'ਚ ਵੜੇ ਜਾਂ ਬੰਦੇ 'ਚ ਵੜੇ, ਉਹਦਾ DNA ਫੜ ਕੇ ਉਹਦੇ ਉੱਤੇ ਜਿਉਂਦੀ ਹੈ। ਇਸ ਅਜੀਬ ਕਿਸਮ ਦੀ ਵਾਇਰਸ ਨੇ ਸਾਡੇ ਸਰੀਰਾਂ ਦੇ ਰੈੱਡ ਬਲੱਡ ਸੈੱਲ, ਜਿਹਨੂੰ RBC ਕਹਿੰਦੇ ਹਾਂ ਅਸੀਂ, ਖੂਨ 'ਚ ਜੋ ਸਾਡੇ ਨਾੜੀਆਂ 'ਚ ਦੌੜਦੇ ਨੇ, ਉਹਨਾਂ 'ਚ DNA ਹੁੰਦਾ ਹੀ ਨਹੀਂ। ਉਹਨਾਂ ਨੂੰ ਇਹ ਚਿੰਬੜਨਾ ਸ਼ੁਰੂ ਹੋ ਗਈ ਹੈ। ਕਿਉਂ, ਕਿਵੇਂ, ਕਿਸ ਤਰ੍ਹਾਂ ਅਜੇ ਅਸੀਂ ਲੱਭ ਹੀ ਨਹੀਂ ਸਕੇ। ਤਾਂ ਉਹਨਾਂ ਨੂੰ ਤੋੜ ਦਿੰਦੀ ਹੈ। ਉਹਦੇ ਨਾਲ ਸਾਡੇ ਦੋ ਚੀਜ਼ਾਂ ਸਰੀਰ 'ਚ ਇੱਕਦਮ ਫੈਲਦੀਆਂ ਨੇ, ਜਿਹਨੂੰ
ਲੋਹ ਕਣ ਜੋ ਅੰਦਰ ਬੰਦ ਸੀ ਉਹ ਖੁੱਲੇ ਇੱਕਦਮ ਸਾਰੇ ਸਰੀਰ ਅੰਦਰ ਫੈਲ ਗਏ। ਜੀ। ਫਿਰ ਫ੍ਰੀ ਰੈਡੀਕਲ ਹੁੰਦੇ ਜਿਹੜੇ ਅਸਲ ਨੁਕਸਾਨ ਕਰਦੇ ਨੇ ਫੇਫੜਿਆਂ ਨੂੰ ਜਾਂ ਹੋਰ ਥਾਵਾਂ ਤੇ ਜਾਂ ਦਿਲ ਦੀਆਂ ਨਾੜੀਆਂ ਨੂੰ, ਉਹ ਇੱਕਦਮ ਨਿਕਲਦੇ ਨੇ। ਤੇ ਉਹ ਕਰ ਕੀ ਰਹੇ ਨੇ? ਪਹਿਲਾਂ ਸੀ ਇਹ ਜੋ ਹੁਣ ਤੱਕ ਸਾਡਾ ਲੱਭਿਆ ਗਿਆ ਕਿ ਇਹ ਫੇਫੜਿਆਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਅਖੀਰਲੇ ਸਿਰੇ ਐਲਵੀਓਲਾਈ ਜਾਂ ਥੈਲੀਆਂ ਸੀ ਜਿਨ੍ਹਾਂ ਰਾਹੀਂ ਆਕਸੀਜਨ ਦਾ ਆਦਾਨ ਪ੍ਰਦਾਨ ਹੋ ਰਿਹਾ ਸੀ, ਉਹਦੇ ਆਲੇ ਦੁਆਲੇ ਪਾਣੀ ਇਕੱਠਾ ਹੋ ਜਾਂਦਾ ਸੀ। ਉਹਦਾ ਇਲਾਜ ਕਰੀ ਜਾ ਰਹੇ ਸਾਂ ਤੇ ਮੌਤਾਂ ਦੀ ਦਰ ਫਿਰ ਵੀ ਵਧੀ ਗਈ। ਜਿਵੇਂ ਅਸੀਂ ਚੀਨ 'ਚ ਦੇਖਿਆ, ਲੱਭਿਆ ਹੀ ਨਹੀਂ ਗਿਆ ਕਿ ਆਖਰ ਕਿਉਂ ਇਹੀ ਬਿਮਾਰੀ ਹੋਰ ਕਿਸੇ ਤਰ੍ਹਾਂ ਦੀ ਵਾਇਰਸ ਨਾਲ ਅਸੀਂ ਠੀਕ ਕਰ ਸਕਦੇ ਹਾਂ, ਤਾਂ ਇਹਦੇ ਨਾਲ ਕਿਉਂ ਆਖਰ ਨਹੀਂ ਹੋ ਰਿਹਾ। ਤਾਂ ਹੁਣ ਇੱਕ ਨਵੀਂ ਖੋਜ ਜੋ ਸਾਹਮਣੇ ਆਈ ਉਹ ਇਹ ਸੀ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ, ਕਿਉਂਕਿ ਅਜੇ ਅੰਦਾਜ਼ਾ ਹੀ ਨਹੀਂ ਸੀ ਸਾਨੂੰ ਵੀ ਇਹ DNA ਤੋਂ ਬਗੈਰ ਵੀ ਇਹ ਹੱਲਾ ਬੋਲ ਸਕਦੀ ਹੈ। ਸੋ ਉਹ ਪਤਾ ਲੱਗਿਆ ਕਿ ਜਦੋਂ ਇਹ ਦੋ ਚੀਜ਼ਾਂ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਲੋਹ ਕਣ ਤੇ ਫ੍ਰੀ ਰੈਡੀਕਲਸ, ਇਹ ਜਿਹੜੇ ਫ੍ਰੀ ਰੈਡੀਕਲਸ ਨਿਕਲ ਰਹੇ ਨੇ ਇਹ ਕਰਦੇ ਕੀ ਨੇ ਕਿ ਸਾਡੀਆਂ ਨਿੱਕੀਆਂ ਨਾੜੀਆਂ ਜੋ ਲਹੂ ਦੀਆਂ ਨੇ ਉਹਨਾਂ ਦੇ ਅੰਦਰ ਜਾ ਕੇ ਇਹ ਜੰਮ ਜਾਂਦੇ ਨੇ। ਤਾਂ ਉਹਦੇ ਨਾਲ ਹੁਣ ਜੋ ਲੱਭਿਆ ਉਹ ਕਰਦੇ ਕੀ ਨੇ ਕਿ ਫੇਫੜਿਆਂ ਦੀਆਂ ਜਿਹੜੀਆਂ ਲਹੂ ਦੀਆਂ ਨਾੜੀਆਂ ਵੀ ਜੰਮ ਗਈਆਂ। ਤਾਂ ਉਹ ਨਤੀਜਾ ਇਹ ਹੁੰਦਾ ਜੇ ਕਿ ਵੈਂਟੀਲੇਟਰ ਵਿੱਚ ਅਸੀਂ ਉਹਨੂੰ ਦੇਈ ਜਾਂਦੇ ਹਾਂ, ਆਕਸੀਜਨ ਤੁੰਨੀ ਜਾਂਦੇ ਹਾਂ, ਪਰ ਫਿਰ ਵੀ ਬੰਦਾ ਰਿਕਵਰ ਹੀ ਨਹੀਂ ਹੁੰਦਾ, ਮੌਤ ਹੋ ਜਾਂਦੀ ਹੈ। ਤੇ ਇਹ ਸਮਝ ਨਹੀਂ ਸੀ ਹਾਲੇ ਤੱਕ ਆ ਰਹੀ ਕਿ ਅਸੀਂ ਉਹਦਾ ਬਾਹਰਲਾ ਪਾਣੀ ਐਬਜ਼ੋਰਬ ਵੀ ਕਰਾਤਾ, ਸਭ ਕੁਛ ਵੀ ਹੋ ਗਿਆ, ਫਿਰ ਵੀ ਕਿਉਂ ਫੇਫੜਾ ਰਿਕਵਰ ਨਹੀਂ ਕਰਦਾ, ਬੰਦਾ ਕਿਉਂ ਮਰ ਜਾਂਦਾ। ਉਹ ਕਾਰਨ ਇਹ ਲੱਭਿਆ ਕਿ ਇਹ ਲਹੂ ਦੀਆਂ ਨਾੜੀਆਂ ਵੀ ਬੰਦ ਕਰੀ ਜਾਂਦੀ ਹੈ। ਯਾਨੀ ਹੁਣ ਸਾਡੇ ਕੋਲ ਹਾਲ ਇਹ ਸੀ ਕਿ ਅਸੀਂ ਦਵਾਈਆਂ ਅਨੇਕ ਬਣਾਈਆਂ। ਉਹ ਪਹਿਲਾਂ ਹਾਈਡਰੋਕਸੀਕਲੋਰੋਕੁਇਨ ਦਾ ਬਹੁਤ ਕੀਤੀ, ਫਿਰ ਐਜ਼ੀਥਰਾਲ, ਐਜ਼ਿਥਰੋਮਾਈਸਿਨ, ਯਾਨੀ ਹਰ ਚੀਜ਼ ਦੀ ਟਰਾਇਲਸ ਚੱਲ ਰਹੀਆਂ ਸੀ, ਐਂਟੀਵਾਇਰਲ। ਇਹਨਾਂ ਸਾਰਿਆਂ ਦਾ ਪੂਰਾ ਜ਼ੋਰ ਸੀ ਕਿ ਅਸੀਂ ਵਾਇਰਸ ਨੂੰ ਮਾਰੀਏ, ਪਰ ਅੱਗੋਂ ਜੋ ਵਾਇਰਸ ਨੇ ਅੱਗੋਂ ਕੰਮ ਸਾਡੇ ਸਰੀਰ ਅੰਦਰ ਸ਼ੁਰੂ ਕਰ ਦਿੱਤਾ ਸੀ ਉਹਨੂੰ ਕੰਟਰੋਲ ਨਹੀਂ ਸੀ ਸਾਨੂੰ ਕਰਨਾ ਆ ਰਿਹਾ। ਉਹ ਉਸ ਕਰਕੇ ਮੌਤਾਂ ਦੀ ਦਰ ਵਧੀ ਜਾ ਰਹੀ ਸੀ। ਮੈਡਮ, ਇਹ ਪਲਾਜ਼ਮਾ ਥੈਰੇਪੀ ਜਿਹੜੀ ਹੈ ਇਹ ਵੀ ਕੋਈ ਐਕਸਪੈਰੀਮੈਂਟ ਦੇ ਤੌਰ ਤੇ ਇਹਨੂੰ ਵੀ ਲਿਆ ਜਾ ਰਿਹਾ, ਜਿਹੜਾ ਹੁਣ ਸ਼ੁਰੂਆਤ ਕੀਤੀ? ਮੈਂ ਹੁਣ ਇਹ ਸਾਰਾ ਸਮਝਾਉਣ ਤੋਂ ਬਾਅਦ ਦੱਸਦੀ ਹਾਂ, ਕਿਉਂਕਿ ਸਾਡੇ ਕੋਲ ਇਲਾਜ ਕੁਝ ਵੀ ਨਹੀਂ, ਜਿਵੇਂ ਮੈਂ ਦੱਸ ਚੁੱਕੀ। ਤਾਂ ਪਲਾਜ਼ਮਾ ਥੈਰੇਪੀ ਕੀ ਹੁੰਦੀ ਜੇ ਕਿ ਕਿਸੇ ਨੂੰ ਮਰੀਜ਼ ਨੂੰ ਜਿਹਨੂੰ ਹੁਣ ਹੋ ਕੇ ਹਟੀ ਹੈ ਕਰੋਨਾ, ਉਹਦੇ ਸਰੀਰ ਅੰਦਰ ਜੋ ਠੀਕ ਹੋ ਗਿਆ ਦਾ ਮਤਲਬ ਹੈ ਉਹਦੇ ਨੈਚੁਰਲ ਐਂਟੀਬਾਡੀਜ਼ ਤਿਆਰ ਹੋਏ। ਤਾਂ ਉਹ ਨੈਚੁਰਲ ਐਂਟੀਬਾਡੀਜ਼ ਨੂੰ ਅਸੀਂ ਉਹਦੇ ਸਰੀਰ ਦੇ ਵਿੱਚੋਂ ਲਹੂ ਕੱਢ ਕੇ ਤੇ ਉਹਦੇ ਵਿੱਚੋਂ ਅੱਗੋਂ ਪਲਾਜ਼ਮਾ ਕੱਢ ਲਈਦਾ, ਸੈੱਲਾਂ ਨੂੰ ਕੱਢ ਕੇ, ਯਾਨੀ ਸਿਰਫ ਉਹਦੇ ਵਿੱਚ ਤਿਆਰ ਹੋਏ ਐਂਟੀਬਾਡੀਜ਼ ਜੋ ਅਸੀਂ ਯਾਨੀ ਉਹਨਾਂ ਨੂੰ ਦੂਸਰੇ ਬੰਦੇ ਦੇ ਜਿਹੜਾ ਸਰੀਰ ਨਹੀਂ ਬਣਾ ਸਕ ਰਿਹਾ ਜਾਂ ਸੀਰੀਅਸਲੀ ਇਲ ਹੈ ਉਹਦੇ ਸਰੀਰ ਨੂੰ ਚੜਾ ਦਿੰਦੇ ਆ। ਅਜੇ ਮੇਰਾ ਵੀਰ ਧਿਆਨ ਨਾਲ ਗੱਲ ਸਮਝੋ, ਸਾਨੂੰ ਇਹ ਨਹੀਂ ਪਤਾ ਕਿੰਨਾ ਡੋਜ਼ ਚੜਾਣੀ ਹੈ, ਸਾਨੂੰ ਇਹ ਨਹੀਂ ਪਤਾ ਕਿ ਇਹ ਇਫੈਕਟਿਵ ਹੈ ਵੀ ਹੈ ਕਿ ਨਹੀਂ। ਬਿਲਕੁਲ। ਤੀਸਰੀ ਚੀਜ਼, ਸਾਨੂੰ ਇਹ ਨਹੀਂ ਪਤਾ ਕਿ ਜੋ ਵਾਇਰਸ ਨੇ ਇਹ ਸਾਰਾ ਅੰਦਰ ਹਿਲਜੁਲ ਜਿਸ ਸਰੀਰ ਅੰਦਰ ਕੀਤੀ, ਜੋ ਬਹੁਤ ਜ਼ਿਆਦਾ ਸੀਰੀਅਸ ਜਾ ਚੁੱਕਾ, ਜਿਹਦੀ ਆਪਣੀ ਇਮਿਊਨਿਟੀ ਨਹੀਂ ਸੀ, ਉਹ ਇਹ ਪਲਾਜ਼ਮਾ ਸਹਾਰ ਕੇ ਠੀਕ ਹੋਏਗਾ ਵੀ ਕਿ ਨਹੀਂ ਹੋਏਗਾ। ਸਾਨੂੰ ਅਜੇ ਕੱਖ ਵੀ ਨਹੀਂ ਪਤਾ, ਪਰ ਕਿਉਂਕਿ ਕੁਛ ਹੱਥ ਪੱਲੇ ਹੈ ਹੀ ਨਹੀਂ, ਇਸ ਕਰਕੇ ਇਹ ਸੀਰੀਅਸ ਮਰੀਜ਼ ਜਿਨ੍ਹਾਂ ਨੂੰ ਬਥੇਰੇ ਲੋਕਾਂ ਨੇ ਆਪਣੇ ਪਿਆਜ਼ ਟਮਾਟਰ ਅਦਰਕਾਂ ਕਰਕੇ ਦੇਖ ਲਈਆਂ, ਜਦੋਂ ਨਹੀਂ ਇਹ ਨਾਰਮਲ 80% ਤਾਂ ਵੈਸੇ ਹੀ ਠੀਕ ਹੋ ਜਾਂਦੇ ਨੇ। ਸਿਰਫ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਸੀਰੀਅਸ ਨੇ, ਜਿਨ੍ਹਾਂ ਦੇ ਇਹ ਆਪਣੀ ਇਮਿਊਨਿਟੀ ਨਹੀਂ ਹੈ, ਜਿਹੜੇ ਵੈਂਟੀਲੇਟਰ ਤੱਕ ਪਹੁੰਚ ਜਾਂਦੇ ਨੇ ਉਹਨਾਂ ਨੂੰ ਪਲਾਜ਼ਮਾ ਤੱਕ ਲਿਜਾਇਆ ਜਾਂਦਾ। ਜਿਹੜੇ ਵੈਂਟੀਲੇਟਰ ਤੱਕ ਪਹੁੰਚ ਰਹੇ ਨੇ, ਯਾਨੀ ਉਹਨਾਂ ਨੂੰ ਸਭ ਕੁਝ ਕਰ ਲਿਆ, ਵੈਂਟੀਲੇਟਰ ਤੇ ਵੀ ਪਾਤਾ, ਫਿਰ ਵੀ ਰਿਕਵਰੀ ਨਹੀਂ ਹੋ ਰਹੀ, ਤਾਂ ਅਸੀਂ ਫਿਰ ਪ੍ਰੀਪੇਅਰਡ ਐਂਟੀਬਾਡੀਜ਼ ਪਾ ਰਹੇ ਹਾਂ। ਪਰ ਭਾਜੀ ਇਹਦੀ ਅਜੇ ਅਮਰੀਕਾ ਵਿੱਚ ਵੀ ਕੋਈ ਇਹਦੇ ਤੇ ਸਕਸੈਸ ਦੀ ਗਰੰਟੀ ਕੁਝ ਵੀ ਨਹੀਂ ਲਿਆ ਗਿਆ, ਕਿਉਂਕਿ ਇਹ ਜਿਨ੍ਹਾਂ ਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਚੋਂ ਉਨੇ ਹੀ ਮਰ ਗਏ, ਉਨੇ ਹੀ ਅਜੇ ਜ਼ਿੰਦਾ ਨੇ। ਸੋ ਅਜੇ ਇਹ ਵੀ ਨਹੀਂ ਪਤਾ ਇਹ ਇਫੈਕਟਿਵ ਹੋਏਗਾ ਵੀ ਕਿ ਨਹੀਂ, ਪਰ ਕਿਉਂਕਿ ਹੈ ਹੀ ਕੁਝ ਨਹੀਂ ਸਾਡੇ ਕੋਲ ਇਲਾਜ, ਕੰਡਿਆਲੀ ਤਾਰ ਹੀ ਮਿਲ ਜੇ ਸਾਨੂੰ ਡੁੱਬਦੇ ਨੂੰ, ਉਹ ਹਿਸਾਬ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਇਹ ਵੀ ਅਸਰਦਾਰ ਹੋਏ। ਇਹਦੇ ਚ ਇੱਕ ਸਿਰਫ ਸਾਨੂੰ ਜੋ ਖਤਰਾ ਦਿਸ ਰਿਹਾ ਉਹ ਇਹ ਹੈ ਕਿ ਕੇਸਿਸ ਇਸ ਵੇਲੇ ਜੋ ਸਾਹਮਣੇ ਆ ਗਏ ਨੇ ਉਹ ਨੇ ਕਿ ਜਿਨ੍ਹਾਂ ਨੂੰ ਕਰੋਨਾ ਹੋ ਚੁੱਕਿਆ ਸੀ, ਠੀਕ ਹੋ ਗਏ ਸਨ, ਉਹਨਾਂ ਨੂੰ ਵੀ
ਦੁਬਾਰਾ ਅਟੈਕ ਕਰੋਨਾ ਹੋ ਰਿਹਾ, ਇਹ ਕਿਉਂ ਹੋ ਗਿਆ, ਕਿਸ ਤਰੀਕੇ ਹੋ ਗਿਆ, ਕਿ ਕਰੋਨਾ ਨੇ ਆਪਣੀ ਸ਼ਕਲ ਤਬਦੀਲ ਕਰ ਲਈ ਹੈ ਜਾਂ ਫਿਰ ਉਹ ਯਾਨੀ ਉਸ ਨੇ ਕੋਈ ਉਹਦੀ ਵੱਖਰੀ ਕਿਸਮ ਆ ਚੁੱਕੀ ਹੈ। ਦੁਬਾਰਾ ਅਟੈਕ ਹੋਣਾ ਸਾਨੂੰ ਅਜੇ ਸਮਝ ਹੀ ਨਹੀਂ ਆਈ ਕਿ ਅਸੀਂ ਉਸੇ ਹੀ ਸਰੀਰ ਚੋਂ ਪਲਾਜ਼ਮਾ ਲਈਏ ਜਿਹੜਾ ਠੀਕ ਹੋ ਗਿਆ ਤੇ ਉਹੀ ਦੁਬਾਰਾ ਬਿਮਾਰ ਵੀ ਜੇ ਹੋ ਰਿਹਾ ਤਾਂ ਮਤਲਬ ਕੀ ਉਹਦਾ ਪਲਾਜ਼ਮਾ ਇਫੈਕਟਿਵ ਹੋਏਗਾ ਵੀ ਕਿ ਨਹੀਂ। ਸੋ ਅਜੇ ਅਸੀਂ ਸਿਰਫ ਸਟੇਜ 1 ਤੇ ਖੜੇ ਇੱਕ ਟ੍ਰਾਇਲ ਦੇ ਰਹੇ ਹਾਂ ਕਿ ਜਿੰਨੀਆਂ ਵੀ ਜਾਨਾਂ ਬਚਾ ਸਕੀਏ ਬਚਾ ਲਈਏ। ਜੀ ਮੈਡਮ, ਇਹ ਥੈਰੇਪੀ ਆਪਾਂ ਕਿੰਨੀ ਕੁ ਮਤਲਬ ਕਿ ਪ੍ਰਭਾਵੀ ਮੰਨੀਏ ਕਿ ਕਿਵੇਂ ਠੀਕ ਕੋਈ ਹੈ, ਕੋਈ ਮਾੜਾ ਮੋਟਾ ਕੋਈ ਕੁਝ 1% ਕਿ ਠੀਕ ਹੋਣ ਦੀ ਕੋਈ ਨੌਬਤ ਆ ਸਕਦੀ ਹੈ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੁਬਾਰਾ ਫਿਰ ਜਿਹੜੇ ਬਿਮਾਰ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਲੱਛਣ ਫਿਰ ਸਾਹਮਣੇ ਆ ਸਕਦਾ? ਹਾਂਜੀ, ਇਸੇ ਲਈ ਮੈਂ ਤੁਹਾਨੂੰ ਦੱਸਿਆ ਵੀ ਅਜੇ ਤਾਂ ਦੁਨੀਆ ਭਰ 'ਚ ਇੱਕ ਟ੍ਰਾਇਲ ਸ਼ੁਰੂ ਕੀਤੀ ਆ। ਹੋ ਸਕਦਾ ਇਸ ਤੇ ਅਸੀਂ ਪੂਰਨ ਰੂਪ ਵਿੱਚ ਫੇਲ ਹੋ ਜਾਈਏ ਕਿਉਂਕਿ ਇਹਦਾ ਅਜੇ ਸਾਨੂੰ ਰਿਜ਼ਲਟ ਹੀ ਨਹੀਂ ਲੱਭੇ। ਅਜੇ ਟੀਕਾ ਬਣਨ ਵਿੱਚ ਵੀ ਸਮਾਂ ਲੱਗਣਾ ਤੇ ਜਦੋਂ ਟੀਕਾ ਲੱਗਦਾ ਜੇ ਉਹਦੇ ਤੋਂ 3 ਹਫ਼ਤੇ ਬਾਅਦ ਸਾਡੀ ਇਮਿਊਨਿਟੀ ਸ਼ੁਰੂ ਹੁੰਦੀ ਹੈ ਤੇ ਸਾਡੇ ਕੋਲ ਜਿਹੜਾ ਸਾਹਮਣੇ ਬੰਦਾ ਮਰ ਰਿਹਾ ਸਾਡੇ ਕੋਲ 3 ਹਫ਼ਤੇ ਉਡੀਕਣ ਲਈ ਨਹੀਂ ਹਨ। ਸੋ ਅਸੀਂ ਇੱਕ ਕੋਸ਼ਿਸ਼ ਹੀ ਕਰ ਸਕਦੇ ਹਾਂ ਜੋ ਸਾਰੇ ਦੁਨੀਆ ਭਰ ਦੇ ਖੋਜੀ ਡਾਕਟਰਾਂ ਨੇ ਕਿਹਾ ਕਿ ਟ੍ਰਾਇਲ ਕਰਕੇ ਦੇਖ ਲੈਂਦੇ ਹਾਂ ਜੇ ਇਹ ਇੱਕਦਮ ਪ੍ਰੀਪੇਅਰਡ ਐਂਟੀਬਾਡੀਜ਼ ਉਸ ਸਰੀਰ ਨੂੰ ਜੋ ਅਸੀਂ ਕੀਮਤੀ ਜਾਨ ਸਾਡੇ ਸਾਹਮਣੇ ਜਾਂਦੀ ਪਈ ਹੈ ਜੇ ਉਹ ਕਿਸੇ ਤਰੀਕੇ ਇਹਦੇ ਨਾਲ ਬਚ ਜਾਂਦੀ ਹੈ ਕਿਉਂਕਿ ਇਹਦੇ ਚੜੇ ਤੇ ਜਿੰਨੇ ਕੁ ਬਚੇ ਨੇ ਉਨੇ ਕੁ ਮਰੇ ਵੀ ਨੇ। ਸੋ ਸਾਨੂੰ ਅਜੇ ਨਹੀਂ ਪਤਾ ਵੀ ਇਹ ਅਸਰ ਹੈ ਵੀ ਉਹਨਾਂ ਜਾਂ ਨਹੀਂ ਤੇ ਜਿਹੜੇ ਮਰੇ ਉਹਨਾਂ ਨੂੰ ਇਹਦੀ ਸਿਵੀਰਿਟੀ ਜ਼ਿਆਦਾ ਸੀ ਜਾਂ ਜਿਵੇਂ ਲਹੂ ਦੀਆਂ ਨਾੜੀਆਂ ਸਾਰੀਆਂ ਜੰਮ ਚੁੱਕੀਆਂ ਹੋਈਆਂ ਸਨ ਜਾਂ ਕਾਰਨ ਕੀ ਹੋਇਆ ਕਿ ਵਾਇਰਸ ਪਹਿਲਾਂ ਮਾਰ ਵੀ ਲਈ ਪਰ ਉਹਦੇ ਜਿਹੜਾ ਰਿਐਕਸ਼ਨ ਸ਼ੁਰੂ ਹੋ ਚੁੱਕਿਆ ਸੀ ਜੇ ਉਹ ਕੰਟਰੋਲ 'ਚ ਨਹੀਂ ਹੋ ਸਕਿਆ ਤਾਂ ਵੀ ਮੌਤ ਯਕੀਨੀ ਹੈ। ਸੋ ਅਜੇ ਇਹ ਸਿਰਫ ਕੋਸ਼ਿਸ਼ ਹੀ ਕਰ ਰਹੇ ਹਾਂ ਕਿ ਇਹਦੇ ਨਾਲ ਜੇ ਬਚਾ ਸਕੀਏ ਤਾਂ ਸਾਡੇ ਲਈ ਯਾਨੀ ਹੱਥ ਪੱਲਾ ਅਸੀਂ ਕੁਛ ਆਵੇ ਸਾਡੇ ਹੱਥ ਵਿੱਚ ਅਸੀਂ ਉਸ ਹਾਲਤ ਆ ਵੀ ਜੋ ਵੀ ਕੁਛ ਕੀਤਾ ਜਾ ਸਕਦਾ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਇਹਨੂੰ ਕਾਬੂ 'ਚ ਲੈ ਆਈਏ। ਮਤਲਬ ਇੱਕ ਤਰੀਕੇ ਨਾਲ ਜਿਵੇਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਕਿ ਇੱਕ ਟ੍ਰਾਇਲ ਹੀ ਹੈ, ਸਫਲ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਮਰੀਜ਼ ਤੇ ਡਿਪੈਂਡ ਕਰਦਾ ਹੈ ਜਾਂ ਉਹਦੀ ਇਮਿਊਨ ਸਿਸਟਮ ਤੇ ਡਿਪੈਂਡ ਕਰਦਾ। ਜੀ ਬਿਲਕੁਲ, ਕਿਉਂਕਿ ਇਹ ਨਾ ਇੰਨਾ ਜ਼ਿਆਦਾ ਇਹਦੀ ਨਾਮ ਆਉਂਦੇ ਸਾਰ ਭਰ ਗਿਆ ਸਾਰਾ ਫੇਸਬੁੱਕ ਤੇ WhatsApp ਇੱਕ ਜਾਦੂ ਦੀ ਦਵਾਈ ਆ ਗਈ ਇਹ ਹੋ ਗਿਆ। ਪਤਾ ਨਹੀਂ ਕਿਉਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਕਦਮ ਸੋਚ ਲੈਂਦੇ ਹਾਂ ਵੀ ਕੁਝ ਜਾਦੂ ਟੋਣਾ ਹੋ ਗਿਆ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਅਜੇ ਅਸੀਂ ਸਿਰਫ ਟ੍ਰਾਇਲ ਦੇ ਬੇਸ ਤੇ ਗੱਲ ਚੱਲ ਰਹੀ ਹੈ। ਅਸਰ ਹੋਏਗਾ ਵੀ ਕਿ ਨਹੀਂ ਪਤਾ ਨਹੀਂ ਪਰ ਕਿਉਂਕਿ ਹੋਰ ਕੁਝ ਹੈ ਹੀ ਨਹੀਂ ਕਿੱਥੋਂ ਦਈਏ ਪ੍ਰੀਪੇਅਰਡ ਐਂਟੀਬਾਡੀਜ਼। ਟੀਕਾ ਅਜੇ ਇਜਾਦ ਨਹੀਂ ਹੋ ਸਕ ਰਿਹਾ, ਵਾਇਰਸ ਅਜੇ ਸ਼ਕਲ ਬਦਲੀ ਜਾ ਰਹੀ ਹੈ ਤੇ ਅਜੇ ਤੇ ਦੁਬਾਰਾ ਅਟੈਕ ਕਰਨੀ ਸ਼ੁਰੂ ਹੋ ਚੁੱਕੀ ਹੈ। ਫਿਰ ਅਜੇ ਸਾਨੂੰ ਉਹਨਾਂ ਟੈਂਪਰੇਚਰ ਜਿੰਨੇ ਟੈਂਪਰੇਚਰ ਤੇ ਇਹ ਮਰਦੀ ਹੈ ਉਹਨੇ ਤਾਪਮਾਨ ਤੇ ਤਾਂ ਸਾਡਾ ਅਜੇ ਕੋਈ ਕਿਸੇ ਦੁਨੀਆ ਦੇ ਕਿਸੇ ਹਿੱਸੇ 'ਚ ਅਜੇ ਉਹਨਾਂ ਤਾਪਮਾਨ ਹੀ ਨਹੀਂ ਪਹੁੰਚਿਆ। ਸੋ ਇਸ ਕਰਕੇ ਅਜੇ ਤਾਂ ਇਹ ਵਾਇਰਸ ਹੈ, ਫਿਰ ਰਹੀ ਹੈ, ਗਈ ਨਹੀਂ। ਤੇ ਜੇ ਇਹ ਵਾਕਈ ਫਲੂ ਦੀ ਕਿਸਮ ਜੋ ਕਿ ਅਸੀਂ ਇਹਨੂੰ ਬਣਾਇਆ ਹੀ SARS-CoV-2 ਨਾਮ ਹੀ ਇਸ ਕਰਕੇ ਰੱਖਿਆ ਕਿ ਉਸ ਨਾਲ ਮਿਲਦੀ ਜੁਲਦੀ ਹੈ ਦਾ ਮਤਲਬ ਹੈ ਹਰ ਸਾਲ ਆਉਣ ਵਾਲੀ ਇਹ ਬਿਮਾਰੀ ਹੈ। ਇਹ ਕੋਈ ਇਹ ਨਹੀਂ ਕਿ ਅੱਜ ਖਤਮ ਹੋਈ ਤੇ ਦੁਬਾਰਾ ਨਹੀਂ ਆਉਣ ਵਾਲੀ। ਕੋਸ਼ਿਸ਼ ਅਸੀਂ ਕਰ ਰਹੇ ਹਾਂ ਹਰਡ ਇਮਿਊਨਿਟੀ ਜਿਸ ਦੇ ਉੱਤੇ ਇਹ ਅਸਲ ਮਾਇਨਿਆਂ ਵਿੱਚ ਅਸੀਂ ਇਹਦੇ ਤੇ ਕਾਬੂ ਪਾਵਾਂਗੇ ਜਦੋਂ 70% ਦੇ ਨੇੜੇ ਤੇੜੇ ਦੇ ਲੋਕ ਇਸ ਤੋਂ ਇਨਫੈਕਸ਼ਨ ਇਹਨਾਂ ਤੋਂ ਹੋ ਜਾਏਗੀ। ਉਹ ਹੌਲੀ ਹੌਲੀ ਹਰ ਸਾਲ ਵਧੀ ਜਾਂਦੇ ਨੇ ਤਾਂ ਫਿਰ ਉਦੋਂ ਸਾਡੀ ਨੈਚੁਰਲ ਇਮਿਊਨਿਟੀ ਇੰਨੀ ਤਗੜੀ ਹੋਣ ਲੱਗ ਜਾਂਦੀ ਹੈ ਕਿ ਉਹ ਹਰ ਇੱਕ ਨੂੰ ਇੱਕ ਤੋਂ ਦੂਜੇ ਰਾਹੀਂ ਇਹ ਫੈਲ ਨਹੀਂ ਸਕੂਗੀ। ਅਸੀਂ ਇੱਕ ਤੋਂ ਦੂਜੇ ਨਾਲ ਹਲਕੀ ਮਾਤਰਾ 'ਚ ਜਦੋਂ ਇਹ ਇਨਫੈਕਸ਼ਨ ਦੂਜੇ 'ਚ ਜਾਂਦੀ ਜੇ ਤਾਂ ਉਹ ਇਮਿਊਨਿਟੀ ਤਗੜੀ ਖੜੀ ਕਰ ਦਿੰਦੀ ਹੈ। ਉਸ ਤਰ੍ਹਾਂ ਅਸੀਂ ਇਸ ਤੇ ਜਿੱਤ ਪ੍ਰਾਪਤ ਕਰ ਸਕਾਂਗੇ। ਪਰ ਅੱਜ ਦੀ ਘੜੀ ਜਦੋਂ ਅਜੇ ਇਲਾਜ ਹੀ ਹੈ ਨਹੀਂ ਅਸੀਂ ਸੁਪਨਾ ਵੀ ਨਹੀਂ ਲੈ ਸਕਦੇ ਇਹੋ ਜਿਹੀ ਚੀਜ਼ ਕਿ ਆਪਣੀ ਕਮਿਊਨਿਟੀ ਦੇ 70 ਜਾਂ 80% ਲੋਕਾਂ ਨੂੰ ਇਨਫੈਕਟਡ ਕਰ ਦਈਏ ਤੇ ਉਹਨਾਂ 'ਚੋਂ ਮੌਤ ਦਰ ਜੇ ਤੁਸੀਂ ਅੰਦਾਜ਼ਾ ਲਾ ਲਓ ਕਿ 10, 20 ਜਾਂ 30% ਪਹੁੰਚਦੀ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਕਿੰਨੀਆਂ ਮੌਤਾਂ ਹੋ ਜਾਣੀਆਂ ਜੋ ਸੰਭਲਦੀਆਂ ਹੀ ਨਹੀਂ। ਇਸ ਕਰਕੇ ਅਜੇ ਅਸੀਂ ਉਹ ਚੀਜ਼ ਬਾਰੇ ਖਿਆਲ ਵੀ ਨਹੀਂ ਕਰ ਸਕਦੇ। ਸਾਡੇ ਕੋਲ ਇੱਕੋ ਇੱਕ ਢੰਗ ਰਹਿ ਗਿਆ ਕਿ ਆਈਸੋਲੇਸ਼ਨ ਰੱਖੀਏ, ਇਹਨੂੰ ਅੱਗੇ ਟ੍ਰਾਂਸਫਰ ਨਾ ਹੋਣ ਦਈਏ ਫਿਰ ਕੀ ਅਸੀਂ ਬਾਅਦ ਵਿੱਚ ਸਾਰੀਆਂ ਗੱਲਾਂ ਸੋਚ ਸਕਦੇ ਹਾਂ। ਜੀ ਮੈਡਮ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਧੰਨਵਾਦ। ਬਹੁਤ ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।